ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਸਤ ਸੰਗਤ ਜੀਓ, ਇਹ ਜੋ ਅੱਜ ਪਿਆਰਾ ਵਿਸ਼ਾ ਆਪ ਜੀ ਨਾਲ ਸਾਂਝਾ ਕਰਨਾ ਜਾ ਰਹੇ ਹਾਂ, ਇਹ ਵਿਸ਼ਾ ਹੈ ਚੂੜੀਆਂ ਦਾ, ਜਿਸ ਨੂੰ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਵੀ ਨਾਨਕ ਚੂੜੀਆਂ ਸੁੱਚੀਆਂ ਜੇ ਭਰ ਜਾਣੇ ਕੋਈ, ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ, ਅਨੇਕਾਂ ਤਰ੍ਹਾਂ ਦੇ ਸ਼ਬਦਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਚੂੜੀ ਦੇ ਬਾਰੇ ਸੰਬੋਧਨ ਕੀਤਾ ਹੈ। ਲੋਕਾਂ ਵਿੱਚ ਰਿਵਾਜ ਹੈ ਕਿ ਜਲ ਦੀ ਚੂੜੀ ਭਰ ਕੇ ਵਸਤੂਆਂ ਦੇ ਗ੍ਰਹਿਣ ਤਿਆਗ, ਦਾਨ ਆਦਿਕ ਦੀ ਪ੍ਰਤੱਗਿਆ ਅਤੇ ਸੰਕਲਪ ਕਰਦੇ ਹਨ। ਇਸ ਦਾ ਨਾਮ ਹੀ ਚੂੜੀ ਸੱਦਦੇ ਹਨ। ਪਹਿਲੀ ਜਦ ਮਾਤਾ ਪਿਤਾ ਆਪਣੀ ਲੜਕੀ ਦੀ ਸ਼ਾਦੀ ਕਰਦੇ ਆ ਤਾਂ ਹਿੰਦੂ ਮਤ ਅਨੁਸਾਰ ਚੂੜੀ ਛੱਡ ਕੇ ਸੰਕਲਪ ਕਰਦੇ ਆ। ਦੂਜੀ, ਜਦੋਂ ਪਿਤਰਾਂ ਦੇ ਨਿਮਿਤ ਸ਼ਰਾਧਾਂ ਦੇ ਦਿਨਾਂ ਵਿੱਚ ਦਾਨ ਆਦਿਕ ਕਰਦੇ ਆ, ਉਦੋਂ ਵੀ ਚੂੜੀ ਛੱਡਦੇ ਅਥਵਾ ਛਡਾਉਂਦੇ ਆ। ਜੈਸੇ ਕਿ ਇੱਕ ਸਾਖੀ ਆ, ਦੱਸਦੇ ਆ ਕਿ ਜ਼ਿਮੀਂਦਾਰ ਹਿੰਦੂ ਸਦਾਉਣ ਵਾਲਾ ਗਰੀਬ ਸੀ ਤੇ ਉਸ ਦੀ ਇੱਛਾ ਹੋਈ ਕਿ ਲੋਕ ਆਪਣੇ ਬਜ਼ੁਰਗ ਦੇ ਨਿਮਿਤ ਸ਼ਰਾਧ ਕਰਦੇ ਆ, ਮੈਂ ਵੀ ਆਪਣੇ ਪਿਤਾ ਦਾ ਨਿਮਿਤ ਸ਼ਰਾਧ ਕਰਾ ਦੇਵਾਂ। ਇਹ ਗੱਲ ਚਿੱਤ ਵਿੱਚ ਵਿਚਾਰ ਕੇ ਉਹ ਪੰਡਤ ਜੀ ਪਾਸ ਗਿਆ ਤੇ ਕਹਿਣ ਲੱਗਾ, ਪੰਡਤ ਜੀ, ਮੈਂ ਗਰੀਬ ਹਾਂ ਤੇ ਛੋਟਾ ਜਿਹਾ ਸ਼ਰਾਧ ਕਰਨਾ ਚਾਹੁੰਦਾ। ਪੰਡਤ ਜੀ ਉਸ ਦੇ ਕਹੇ ਮੂਜਬ ਉਸ ਦੇ ਘਰ ਆਏ ਤੇ ਆਪਣੇ ਛਕਣ ਲਈ ਕੁਝ ਭੋਜਨ ਤਿਆਰ ਕੀਤਾ ਤੇ ਫੇਰ ਚੂੜੀ ਛੁਡਾ ਕੇ ਜ਼ਿਮੀਂਦਾਰ ਤੋਂ ਸੰਕਲਪ ਕਰਾਉਣ ਲੱਗੇ। ਤੇ ਜ਼ਿਮੀਂਦਾਰ ਨੂੰ ਕਿਹਾ, ਜਿਸ ਤਰ੍ਹਾਂ ਮੈਂ ਕਵਾਂਗਾ ਉਸੇ ਤਰ੍ਹਾਂ ਹੀ ਤੂੰ ਕਹੀ ਚੱਲੀ। ਤਾਂ ਜ਼ਿਮੀਂਦਾਰ ਨੇ ਕਿਹਾ, ਸਤ ਬਚਨ। ਪੰਡਤ ਜੀ ਕਹਿੰਦੇ, ਲੈ ਹੱਥ ਕਰ। ਅੱਗੋਂ ਜ਼ਿਮੀਂਦਾਰ ਕਹਿੰਦੇ, ਲੈ ਹੱਥ ਕਰ। ਪੰਡਤ ਜੀ ਕਹਿੰਦੇ, ਲੈ ਫੜ ਅਰਗਾ। ਜ਼ਿਮੀਂਦਾਰ ਜੀ ਨੇ ਕਿਹਾ, ਲੈ ਫੜ ਅਰਗਾ। ਪੰਡਤ ਜੀ ਕਹਿੰਦੇ, ਓਏ ਏਦਾਂ ਨਾ ਬੋਲ। ਜ਼ਿਮੀਂਦਾਰ ਕਹਿੰਦਾ, ਓਏ ਏਦਾਂ ਨਾ ਬੋਲ। ਪੰਡਤ ਜੀ ਕਹਿੰਦੇ, ਬੇਵਕੂਫ। ਜ਼ਿਮੀਂਦਾਰ ਕਹਿੰਦਾ, ਬੇਵਕੂਫ। ਬਸ ਗੱਲ ਕੀ, ਇਸੇ ਤਰ੍ਹਾਂ ਗੱਲਾਂ ਕਰਦੇ ਕਰਦੇ ਆਪੋ ਵਿੱਚ ਲਾਲ ਹੋ ਗਏ, ਘਸੁੰਨ ਮੁੱਕੀ ਹੋ ਪਏ। ਜ਼ਿਮੀਂਦਾਰ ਉੱਤੇ ਤੇ ਪੰਡਤ ਜੀ ਹੇਠ। ਪੰਡਤ ਸਿਆਣਾ ਸੀ, ਉਸਨੇ ਸੋਚਿਆ ਕਿ ਇਹ ਤਾਂ ਸਹੁਰਾ ਮੂਰਖ ਹੀ ਨਿਕਲਿਆ, ਹੁਣ ਇਸ ਕੋਲੋਂ ਛੁਟਕਾਰਾ ਪਾਉਣਾ ਹੀ ਠੀਕ ਹੈ। ਤਾਂ ਫਿਰ ਪੰਡਤ ਜੀ ਬੋਲੇ, ਬਸ ਭਾਈ ਬਸ। ਜ਼ਿਮੀਂਦਾਰ ਕਹਿੰਦਾ, ਬਸ ਭਾਈ ਬਸ। ਪੰਡਤ ਜੀ, ਹਟ ਜਾ ਭਾਈ ਹਟ ਜਾ। ਇਸ ਤਰ੍ਹਾਂ ਫਿਰ ਜ਼ਿਮੀਂਦਾਰ ਹਟ ਗਿਆ। ਹੁਣ ਦੋਵੇਂ ਉੱਠ ਖੜੋਤੇ। ਤਾਂ ਜ਼ਿਮੀਂਦਾਰ ਕਹਿਣ ਲੱਗਾ, ਪੰਡਤ ਜੀ, ਮੈਂ ਤਾਂ ਨਿੱਕਾ ਜਿਹਾ ਸ਼ਰਾਧ ਕੀਤਾ ਹੈ, ਵੱਡੇ ਸ਼ਰਾਧ ਵਿੱਚ ਤੇ ਕਈ ਖੂਨ ਹੁੰਦੇ ਹੋਣਗੇ, ਕਈ ਕਤਲ ਹੋ ਜਾਂਦੇ ਹੋਣਗੇ। ਤਾਂ ਪੰਡਤ ਜੀ ਜ਼ਿਮੀਂਦਾਰ ਨੂੰ ਮੂਰਖ ਸਮਝ ਕੇ ਚੁੱਪ ਕਰ ਗਏ ਤੇ ਪ੍ਰਸ਼ਾਦ ਛਕ ਕੇ ਦੱਖਣਾ ਲੈ ਕੇ ਚੱਲਦੇ ਹੋਏ। ਸੋ ਇਸ ਸਾਖੀ ਤੋਂ ਭਾਵ ਇਹ ਹੈ ਕਿ ਸ਼ਰਾਧ ਕਰਾਉਣ ਸਮੇਂ ਜਾਂ ਹੋਰ ਕਿਸੇ ਪ੍ਰਕਾਰ ਦਾਨ ਕਰਾਉਣ ਸਮੇਂ ਚੂੜੀ ਛਡਾਉਂਦੇ ਹਨ। ਜੈਸੇ ਸ਼ਿਵਾ ਕੋਲੋਂ ਲੰਕਾ ਦੀ ਚੂੜੀ ਛੁਡਾ ਲਈ ਸੀ ਤੇ ਬਲ ਰਾਜੇ ਕੋਲੋਂ ਦਾਨ ਲੈਣ ਸਮੇਂ ਬਾਮਨ ਜੀ ਨੇ ਚੂੜੀ ਛਡਾ ਲਈ ਸੀ। ਤੀਜੀ ਚੂੜੀ ਹੈ, ਬਹੁਤ ਸਾਰੇ ਹਿੰਦੂ ਭਰਾ ਪਹਿਲੇ ਸਮੇਂ ਵਿੱਚ ਅਤੇ ਕਈ ਹੁਣ ਵੀ ਕੁਰੂਕਸ਼ੇਤਰ ਜਾ ਕੇ ਇਸਤਰੀਆਂ ਸੂਰਜ ਗ੍ਰਹਿਣ ਜਾਂ ਚੰਦਰ ਗ੍ਰਹਿਣ ਦੇ ਸਮੇਂ ਤੇ ਦਾਨ ਕਰਦੇ ਆ। ਸੋ ਦਾਨ ਕਰਨ ਸਮੇਂ ਚੂੜੀ ਛੱਡ ਕੇ ਹੀ ਸੰਕਲਪ ਕਰਦੇ ਆ। ਸੋ ਇਹੋ ਜਿਹੇ ਸਾਰੇ ਕੰਮਾਂ ਲਈ ਚੂੜੀ ਛੱਡੀ ਜਾਂਦੀ ਸੀ। ਪਰ ਗੁਰੂ ਸਾਹਿਬ ਜੀ ਨੇ ਇਸ ਦੁਨਿਆਵੀ ਚੂੜੀ ਨੂੰ ਦੇਖ ਕਰਕੇ ਦੱਸਿਆ ਹੈ ਕਿ ਭਾਈ, ਅਸਲੀ ਚੂੜੀ ਜੋ ਕਿ ਸਭ ਤੋਂ ਪਵਿੱਤਰ ਹੈ, ਉਹ ਹੀ ਸਭਨਾਂ ਨੂੰ ਭਰਨੀ ਚਾਹੀਦੀ ਆ ਤੇ ਐਸੀ ਚੂੜੀ ਹੀ ਪਰਲੋਕ ਵਿੱਚ ਸਹਾਇਤਾ ਕਰਨ ਵਾਲੀ ਹੈ। ਪਾਤਸ਼ਾਹ ਜੀ ਦਾ ਸਾਰੰਗ ਕੀ ਵਾਰ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ, ਨਾਨਕ ਚੂਲੀਆਂ ਸੁੱਚੀਆਂ
ਜੇ ਭਰ ਜਾਣੈ ਕੋਈ। ਅੰਨ, ਜੁੱਤੀ ਅਰ ਘਰ ਇਸਤਰੀ ਆਦਿਕ ਦੇ ਸੰਕਲਪ ਕਰਨ ਵਾਸਤੇ ਜੋ ਚੂੜੀ ਪਾਉਣੀ ਅਥਵਾ ਭਰਨੀ ਆ, ਉਹ ਝੂਠੀ ਤੇ ਝੂਠੀ ਹੈ। ਪਰੰਤੂ ਗੁਰੂ ਜੀ ਨੇ ਜੋ ਚੂੜੀ ਦੱਸਦੀ ਹੈ, ਇਹ ਵੱਡੀ ਸ੍ਰੇਸ਼ਟ ਅਤੇ ਸੁੱਚੀ ਹੈ। ਪਾਤਸ਼ਾਹ ਜੀ ਕਹਿੰਦੇ, ਸੁਰਤੇ ਚੁਲੀ ਗਿਆਨ ਕੀ, ਜੋਗੀ ਕਾ ਜਤ ਹੋਏ, ਬ੍ਰਾਹਮਣ ਚੁਲੀ ਸੰਤੋਖ ਕੀ, ਗਿਰਹੀ ਕਾ ਸਤ ਦਾਨ, ਰਾਜੇ ਚੁਲੀ ਨਿਆਵ ਕੀ, ਪੜਿਆ ਸੱਚ ਧਿਆਨ, ਪਾਣੀ ਚਿਤ ਨਾ ਧੋਪਈ, ਮੁਖ ਪੀਤੈ ਤਿਖ ਜਾਏ। ਤਾਂ ਤੇ ਸਭਨਾ ਜੀਵਾਂ ਨੂੰ ਆਪੋ ਆਪਣੇ ਧਰਮ ਅਨੁਸਾਰ ਐਸੀਆਂ ਹੀ ਚੂੜੀਆਂ ਭਰਨੀਆਂ ਚਾਹੀਦੀਆਂ ਹਨ। ਭਗਤ ਜੀ ਆਪਣਾ ਪਿਆਰਾ ਕਵਿਤ ਸਾਨੂੰ ਦੱਸਦੇ ਹਨ। ਉਹ ਲਿਖਦੇ ਹਨ, ਪੰਡਤ ਸਿਆਣੇ ਜਿਹੜੇ ਦਾਨ ਕਰਵਾਉਂਦੇ ਨੇ, ਦੇ ਕੇ ਉਪਦੇਸ਼ ਲੋਕਾਂ ਚੂੜੀਆਂ ਛੁਡਾਉਂਦੇ, ਲੋਕ ਆਖੇ ਲੱਗ ਉਹਨਾਂ ਦਾਨ ਪੁੰਨ ਕਰਦੇ ਨੇ, ਕਰ ਸੰਕਲਪ ਸਭ ਭਲਾ ਨੇ ਮਨਾਉਂਦੇ। ਪਰੰਤੂ ਇਹ ਚੂਲੀਆਂ ਦਿਖਾਵੇ ਦੀਆਂ ਗੁਰੂ ਦੱਸੇ, ਐਸੇ ਦਾਨ ਵਾਲੇ ਮੋਖ ਪਦਵੀ ਨਾ ਪਾਉਂਦੇ। ਗੁਰੂ ਜੀ ਦੇ ਦੱਸੇ ਰਾਹ ਚੂੜੀਆਂ ਜੋ ਭਰਦੇ ਨੇ, ਗੁਰੂ ਜੀ ਦੇ ਦੱਸੇ ਰਾਹ ਚੂੜੀਆਂ ਜੋ ਭਰਦੇ ਨੇ, ਲੋਕ ਪਰਲੋਕ ਵਿੱਚ ਸੁਖ ਭਗਤ ਪਾਉਂਦੇ। ਭੁੱਲਾਂ ਨਾ ਚਿਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।